ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਟੱਡੀ ਬਜ਼ਰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਫੰਡਾਮੈਂਟਲ ਰਾਈਟਸ ਤੇ 3 ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ। ਇੱਕ ਵਿਸਤਾਰਪੂਰਵਕ ਚਰਚਾ ਕੀਤੀ ਗਈ ਹੈ ਜੀ। ਉਹਨਾਂ ਦਾ ਲਿੰਕ ਹੈ ਜਿਹੜਾ ਵੀਡੀਓਜ਼ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ। ਤੁਸੀਂ ਜਾ ਕੇ ਉਹ ਵੀਡੀਓਜ਼ ਦੇਖ ਸਕਦੇ ਹੋ। ਮੌਲਿਕ ਅਧਿਕਾਰਾਂ ਨਾਲ ਰਿਲੇਟਿਡ ਕੁਝ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ MCQs ਦੇ ਰੂਪ 'ਚ ਅਸੀਂ ਅੱਜ ਕਰਨ ਜਾ ਰਹੇ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੈ, ਵੀਡੀਓ ਨੂੰ ਲਾਈਕ ਕਰਨਾ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਇਸ ਵੀਡੀਓ ਨੂੰ ਆਪਣੇ ਮੈਕਸੀਮਮ ਫਰੈਂਡਸ ਤੱਕ ਸ਼ੇਅਰ ਕਰਨਾ ਨਾ ਭੁੱਲਣਾ। ਸੋ ਇੱਕ ਹੋਰ ਕਹਿਣਾ ਚਾਹੂੰਗਾ ਜੀ, ਤੁਸੀਂ ਸਾਨੂੰ ਹੁਣ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ। ਸੋ ਬਹੁਤਾ ਸਮਾਂ ਜ਼ਾਇਆ ਨਾ ਕਰਦੇ ਹੋਏ ਵੱਧਦੇ ਹਾਂ ਜੀ ਪਹਿਲੇ ਪ੍ਰਸ਼ਨ ਵੱਲ। ਮੌਲਿਕ ਅਧਿਕਾਰਾਂ ਨੂੰ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਜਿਹੜੀ ਸੰਵਿਧਾਨਿਕ ਮਾਨਤਾ ਪ੍ਰਾਪਤ ਹੋਈ ਸੀ? ਆਪਸ਼ਨ A ਹੈ ਜੀ ਭਾਰਤ, ਆਪਸ਼ਨ B ਯੂਨਾਈਟਿਡ ਸਟੇਟਸ ਆਫ ਅਮਰੀਕਾ, ਆਪਸ਼ਨ C ਹੈ ਜੀ ਫਰਾਂਸ, ਆਪਸ਼ਨ D ਹੈ ਜੀ ਬ੍ਰਿਟੇਨ। ਹਾਂਜੀ, ਜਿਨ੍ਹਾਂ ਨੂੰ ਪਤਾ ਉਹਨਾਂ ਦਾ ਆਨਸਰ ਆ ਗਿਆ ਹੋਏਗਾ। ਹਾਂ, ਕਮੈਂਟ ਸੈਕਸ਼ਨ 'ਚ ਆਪਣੇ ਨੰਬਰ ਜ਼ਰੂਰ ਲਿਖਿਆ ਕਰੋ, ਵੀ ਸਕੋਰ ਕਿੰਨਾ ਕੀਤਾ ਉਹ ਜ਼ਰੂਰ ਮੈਂਸ਼ਨ ਕਰਿਆ ਕਰੋ। ਹਾਂਜੀ, ਇਸ ਦਾ ਜੋ ਰਾਈਟ ਆਨਸਰ ਬਣਨ ਵਾਲਾ ਹੈ ਜੀ ਆਪਸ਼ਨ B ਯੂਨਾਈਟਿਡ ਸਟੇਟਸ ਆਫ ਅਮਰੀਕਾ ਰਾਈਟ ਆਨਸਰ ਹੈ ਜੀ। ਇੱਥੋਂ ਹੀ ਕੁਐਸਚਨ ਬਣ ਸਕਦਾ ਹੈ, ਭਾਰਤੀ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਹੈਗੇ ਆ, ਉਹ ਕਿਹੜੇ ਦੇਸ਼ ਤੋਂ ਪ੍ਰੇਰਿਤ ਹੋ ਕੇ ਅਸੀਂ ਆਪਣੇ ਸੰਵਿਧਾਨ 'ਚ ਐਡ ਕੀਤੇ ਆ ਜੀ? ਤਾਂ ਉਸ ਦਾ ਜਿਹੜਾ ਰਾਈਟ ਆਨਸਰ ਰਹੇਗਾ ਉਹ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਰਹੇਗਾ। ਇੱਥੋਂ ਹੀ ਕੁਐਸਚਨ ਹੋਰ ਰੱਖਦਾ, ਭਾਰਤੀ ਸੰਵਿਧਾਨ ਵਿੱਚ ਇਹ ਕਿਹੜੇ ਭਾਗ 'ਚ ਦਰਜ ਹੈ ਜੀ? ਭਾਰਤੀ ਸੰਵਿਧਾਨ ਦੇ ਵਿੱਚ ਕਿਹੜੇ ਭਾਗ 'ਚ ਦਰਜ ਹੈ ਜੀ? ਤਾਂ ਦੱਸਣਾ ਚਾਹੂੰਗਾ ਆਪਣੇ 22 ਭਾਗ ਹੈ ਜੀ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਲਾਸਟ ਵੀਡੀਓ ਦੇ ਵਿੱਚ ਕਿ ਹੁਣ ਜਿਹੜੇ ਭਾਗ ਹੈ ਉਹ 25 ਹੋ ਚੁੱਕੇ ਹੈ। ਤੁਸੀਂ 25 ਯਾਦ ਰੱਖਣਾ ਹੈ, ਬਟ ਐਗਜ਼ਾਮ ਦੇ ਵਿੱਚ 22 ਆਪਸ਼ਨ ਹੀ ਮਿਲੇਗੀ। ਕਿਉਂ? ਬਿਕੋਜ਼ ਜਦੋਂ ਕੋਈ ਭਾਗ ਜੋੜਿਆ ਜਾਂਦਾ ਨਾ, ਉਹ ਭਾਗ ਜੋੜਿਆ ਕਿਵੇਂ ਜਾਂਦਾ? ਮੰਨ ਕੇ ਚੱਲੋ ਫੰਡਾਮੈਂਟਲ ਡਿਊਟੀਜ਼ ਹੈ ਜਿਹੜੇ, ਉਹ ਆਪਣੇ ਸੰਵਿਧਾਨ 'ਚ ਬਾਅਦ 'ਚ ਐਡ ਕੀਤੇ ਗਏ ਸੀਗੇ। ਉਹ ਇੱਕ ਅਲੱਗ ਤੋਂ ਭਾਗ ਐਡ ਕੀਤਾ ਗਿਆ ਨਾ, ਇੱਕ ਅਲੱਗ ਤੋਂ ਪਾਰਟ ਐਡ ਕੀਤਾ ਗਿਆ। ਤਾਂ ਉਹ ਕਿੱਥੇ ਐਡ ਕੀਤਾ ਗਿਆ ਸੀਗਾ? 4A ਬਣਾ ਕੇ। ਆਹ 4 ਇੱਕ ਨਵਾਂ ਭਾਗ ਬਣ ਗਿਆ। ਹੁਣ ਅਸੀਂ ਇਹਨੂੰ 23 ਥੋੜ੍ਹੀ ਕਹਿ ਦਾਂਗੇ। ਮੇਰੀ ਭਾਸ਼ਾ ਸਮਝ ਆਈ ਕਿ ਨਹੀਂ ਆਈ? ਇਸ ਤੋਂ ਇਲਾਵਾ 395 ਅਨੁਛੇਦ ਹੈ ਜੀ, ਆਪਣੇ 395 ਆਰਟੀਕਲ ਹੈ ਜੀ। ਡਿਫਰੈਂਸ ਜਾਣਨਾ ਚਾਹੋ ਤਾਂ ਤੁਸੀਂ ਇੱਦਾਂ ਕਹਿ ਸਕਦੇ ਹੋ, 395 ਚੈਪਟਰਸ ਨੇ ਅਤੇ ਇਹਨਾਂ ਨੂੰ 22 ਯੂਨਿਟਸ ਦੇ ਵਿੱਚ ਵੰਡਿਆ ਗਿਆ। 22 ਯੂਨਿਟਸ ਦੇ ਵਿੱਚ ਪਹਿਲੀ ਯੂਨਿਟ ਦੇ ਵਿੱਚ 1 ਤੋਂ ਲੈ ਕੇ 4 ਤੱਕ ਆਪਣੇ ਚੈਪਟਰ ਆ ਗਏ। ਦੂਸਰੀ ਯੂਨਿਟ ਦੇ ਵਿੱਚ 5 ਤੋਂ ਲੈ ਕੇ 11 ਤੱਕ, ਐਂਡ ਤੀਸਰੀ ਯੂਨਿਟ ਵਿੱਚ 12 ਤੋਂ ਲੈ ਕੇ 35 ਤੱਕ ਜਿਹੜੇ ਆਪਣੇ ਚੈਪਟਰਸ ਆ ਜਾਂਦੇ ਹੈ ਜੀ। ਇਹਨਾਂ ਦੀ ਸੰਖਿਆ ਜਿਹੜੀ ਵੱਧ ਕੇ ਉਹ 470 ਹੋ ਗਈ ਹੈ ਆਰਟੀਕਲਸ ਦੀ। ਬਟ ਫਿਰ ਮੈਂ ਇੱਥੇ ਕਹਿਣਾ ਚਾਹੂੰਗਾ, ਆਰਟੀਕਲਸ ਹਮੇਸ਼ਾ ਐਡ ਕੀਤੇ ਜਾਂਦੇ ਹੁੰਦੇ ਆ ਜੀ। ਕਿਵੇਂ ਕੀਤੇ ਜਾਂਦੇ ਹੈਗੇ ਹੈ? ਜਿਵੇਂ ਤੁਸੀਂ ਕਹਿ ਸਕਦੇ ਹੋ 21 ਦੇ ਵਿੱਚ A ਐਡ ਕੀਤਾ ਹੋਇਆ ਹੈ। ਆਪਣਾ 21 ਹੈ ਨਾ ਜਿਹੜਾ ਆਰਟੀਕਲ, ਇਹ ਰਾਈਟ ਟੂ ਲਾਈਫ ਹੈ। ਇਹਦੇ 'ਚ ਜਦੋਂ ਰਾਈਟ ਟੂ ਐਜੂਕੇਸ਼ਨ ਨੂੰ ਐਡ ਕੀਤਾ ਗਿਆ ਤਾਂ ਉਹ ਕਿਵੇਂ ਕੀਤਾ ਗਿਆ? 21A ਬਣਾ ਕੇ। ਮੇਰੀ ਭਾਸ਼ਾ ਸਮਝ ਆ ਗਈ ਹੋਣੀ ਹੈ। 395 ਅਨੁਛੇਦ ਹੀ ਜਿਹੜੇ ਮੂਲ ਸੰਵਿਧਾਨ ਦੇ ਵਿੱਚ ਸੀਗੇ ਉਹੀ ਮੰਨੇ ਜਾਣਗੇ। ਠੀਕ ਹੈ ਜੀ। ਸੋ ਜੇ ਕੁਐਸਚਨ ਸਮਝ ਆ ਗਿਆ ਤਾਂ ਵੱਧਦੇ ਹਾਂ ਜੀ ਆਪਣੇ ਨੈਕਸਟ ਪ੍ਰਸ਼ਨ ਵੱਲ। ਇੱਥੋਂ ਕੁਐਸਚਨ ਆ ਸਕਦਾ ਜੀ ਤੁਹਾਨੂੰ, ਆਪਣੇ ਸੰਵਿਧਾਨ ਦੇ ਵਿੱਚ ਭਾਗ 3 ਦੇ ਵਿੱਚ ਮੌਲਿਕ ਅਧਿਕਾਰਾਂ ਨੂੰ ਦਰਜ ਕੀਤਾ ਗਿਆ, ਤਾਂ ਆਰਟੀਕਲ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੈ ਜੀ? ਤਾਂ ਉਹ ਤੁਸੀਂ ਦੇਖ ਪਾ ਰਹੇ ਹੋ, ਆਰਟੀਕਲ ਨੰਬਰ 12 ਤੋਂ ਲੈ ਕੇ ਆਰਟੀਕਲ 35 ਤੱਕ ਆਪਣੇ ਸੰਵਿਧਾਨ ਦੇ ਵਿੱਚ ਐਡ ਹੈਗੇ ਹੈ। ਕੁਐਸਚਨ ਨੂੰ ਥੋੜ੍ਹਾ ਜਿਹਾ ਹੋਰ ਸ਼ਾਨਦਾਰ ਬਣਾਉਣਾ ਹੋਇਆ ਤਾਂ ਕੁਐਸਚਨ ਇਹ ਵੀ ਆ ਸਕਦਾ ਹੈ ਕਿ ਟੋਟਲ ਕਿੰਨੇ ਆਰਟੀਕਲਸ ਫੰਡਾਮੈਂਟਲ ਰਾਈਟਸ ਨਾਲ ਡੀਲ ਕਰਦੇ ਹੈ? ਤਾਂ ਉਹ ਆਪਣੇ ਰਹਿਣ ਵਾਲਾ ਜੀ ਆਨਸਰ 24। ਤੁਸੀਂ ਗਿਣ ਸਕਦੇ ਹੋ 12 ਤੋਂ ਲੈ ਕੇ 35 ਤੱਕ ਗਿਣ ਕੇ ਦੇਖ ਲਿਓ, ਵੀ 24 ਆਰਟੀਕਲ ਬਣਨਗੇ। ਅਤੇ ਇਹ ਆਪਣੇ ਮੂਲ ਸੰਵਿਧਾਨ ਦਾ ਹਿੱਸਾ ਸੀ। ਮੂਲ ਸੰਵਿਧਾਨ ਦਾ ਹਿੱਸਾ ਮਤਲਬ ਮੈਂ ਉਸ ਸੰਵਿਧਾਨ ਦੀ ਚਰਚਾ ਕਰਨ ਜਾ ਰਿਹਾ ਜਿਹੜਾ ਕਿ ਸਾਡਾ 26 ਜਨਵਰੀ 1950 ਨੂੰ ਬਣ ਕੇ ਤਿਆਰ ਹੋਇਆ ਸੀਗਾ ਜਾਂ ਲਾਗੂ ਕੀਤਾ ਗਿਆ ਸੀਗਾ। 26 ਨਵੰਬਰ 1949 ਨੂੰ ਬਣਿਆ ਸੀਗਾ ਅਤੇ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ ਸੀਗਾ।
ਜਿਹੜਾ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਉਹਦੇ 'ਚ ਆਪਣੇ ਆਹ ਫੰਡਾਮੈਂਟਲ ਰਾਈਟ ਸੀ, ਇਸ ਕਰਕੇ ਕਹਿੰਦੇ ਇਸ ਨੂੰ ਮੂਲ ਸੰਵਿਧਾਨ ਦਾ ਹਿੱਸਾ ਸੀਗੇ। ਹਾਂ, ਫੰਡਾਮੈਂਟਲ ਜਿਹੜੀ ਡਿਊਟੀ ਸੀਗੀਆਂ ਆਪਣੀਆਂ, ਆਪਣੇ ਜਿਹੜੇ ਮੌਲਿਕ ਕਰਤੱਵ ਸੀਗੇ, ਉਹ ਆਪਣੇ ਮੂਲ ਸੰਵਿਧਾਨ ਦਾ ਹਿੱਸਾ ਨਹੀਂ ਸੀ। ਸੋ ਵਧਦੇ ਹਾਂ ਜੀ ਆਪਣੇ ਅਗਲੇ ਪ੍ਰਸ਼ਨ ਵੱਲ। ਨੈਕਸਟ ਪ੍ਰਸ਼ਨ ਹੈ ਜੀ, ਮੂਲ ਸੰਵਿਧਾਨ ਵਿੱਚ ਕੁੱਲ ਕਿੰਨੇ ਮੌਲਿਕ ਅਧਿਕਾਰ ਸੀ? ਬੜਾ ਸ਼ਾਨਦਾਰ ਕੁਐਸਚਨ ਹੈ, ਜਿਸ ਨੂੰ ਨੋਟ ਕਰ ਲੈਣਾ। ਬਹੁਤ ਸਾਰੇ ਚਾਂਸ ਹੈ ਜੀ ਇਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇਗਾ। ਆਪਸ਼ਨ ਏ ਹੈ ਜੀ 6, ਆਪਸ਼ਨ ਬੀ 7, ਆਪਸ਼ਨ ਸੀ 10, ਆਪਸ਼ਨ ਡੀ 11। ਰਾਈਟ ਆਂਸਰ ਹੈ ਜੀ 7, ਬਿਕੋਜ਼ 7 ਜਿਹੜੇ ਮੌਲਿਕ ਅਧਿਕਾਰ ਆਪਣੇ ਮੂਲ ਸੰਵਿਧਾਨ ਦੇ ਵਿੱਚ ਸੀ। ਪਹਿਲਾ ਸੀ ਜੀ ਆਪਣਾ ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ 14 ਤੋਂ ਲੈ ਕੇ 18 ਤੱਕ। ਸੈਕਿੰਡ ਹੈ ਜੀ ਰਾਈਟ ਟੂ ਫਰੀडम, ਸੁਤੰਤਰਤਾ ਦਾ ਅਧਿਕਾਰ, ਆਰਟੀਕਲ ਨੰਬਰ 19 to 15। ਹਾਂ, ਕੁਐਸਚਨ ਤੁਹਾਨੂੰ ਇਹ ਵੀ ਆ ਸਕਦਾ ਹੈ, ਰਾਈਟ ਟੂ ਇਕੁਐਲਿਟੀ ਦੇ ਤਹਿਤ ਕਿੰਨੇ ਆਰਟੀਕਲਸ ਆਉਂਦੇ ਆ? ਤੁਸੀਂ ਕਹੋਗੇ 14 ਤੋਂ 18 ਤੱਕ 4 ਹੋ ਗਏ ਵੀ। ਇਹ ਕੁਐਸਚਨ ਪਹਿਲਾਂ ਆ ਚੁੱਕਿਆ ਕਈ ਵਾਰ ਤੇ ਅਕਸਰ ਬੱਚੇ ਗਲਤ ਕਰਦੇ ਇਸ ਨੂੰ। ਰਾਈਟ ਟੂ ਇਕੁਐਲਿਟੀ 'ਚ 5 ਆਰਟੀਕਲ ਹੈ ਜੀ, ਤੁਸੀਂ ਖੁਦ ਗਿਣ ਕੇ ਦੇਖ ਸਕਦੇ ਹੋ। 14, 15, 16, 17, 18, 5 ਹੋ ਗਏ ਨਾ ਜੀ। ਰਾਈਟ ਟੂ ਫਰੀडम 'ਚ 4 ਆ ਜਾਂਦੇ ਹੈ। ਐਂਡ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਇਹ ਆਪਣੇ 2 ਹੀ ਹੁੰਦੇ ਆ ਜੀ, 23 ਤੇ 24। ਰਾਈਟ ਟੂ ਫਰੀडम ਆਫ ਰਿਲੀਜਨ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, 25 ਤੋਂ ਲੈ ਕੇ 28 ਤੱਕ ਹੁੰਦਾ ਜੀ, ਇਹਦੇ 'ਚ ਆਪਣੇ 4 ਆਰਟੀਕਲ ਆ ਜਾਂਦੇ ਹੈ। ਉਸ ਤੋਂ ਬਾਅਦ ਹੈ ਜੀ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਆਰਟੀਕਲ ਨੰਬਰ 29 to 30। ਤੇ ਇਹ 6th ਸੀ ਜੋ ਇਹ ਰਿਮੂਵ ਹੋ ਚੁੱਕਿਆ ਜੀ, ਹੁਣ ਆਪਣੇ ਸੰਵਿਧਾਨ ਦਾ ਹਿੱਸਾ ਨਹੀਂ ਹੈ। ਇਹ ਸੀ ਜੀ ਆਰਟੀਕਲ 31, ਰਾਈਟ ਟੂ ਪ੍ਰੋਪਰਟੀ, ਸੰਪत्ति ਦਾ ਅਧਿਕਾਰ। ਉਸ ਤੋਂ ਬਾਅਦ ਹੈ ਜੀ ਰਾਈਟ ਟੂ ਕੌਂਸਟੀਟਿਊਸ਼ਨਲ ਰੈਮੀਡੀਜ਼, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਹੈ ਜੀ ਆਪਣਾ ਆਰਟੀਕਲ ਨੰਬਰ 32। ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਨੈਕਸਟ ਕੁਐਸਚਨ ਹੈ ਜੀ, ਵਰਤਮਾਨ ਸਮੇਂ ਭਾਰਤੀ ਸੰਵਿਧਾਨ ਦੇ ਵਿੱਚ ਕੁੱਲ ਕਿੰਨੇ ਜਿਹੜੇ ਮੌਲਿਕ ਅਧਿਕਾਰ ਹਨ? ਉਹੀ ਆਪਸ਼ਨਸ ਨੇ ਜੀ। ਆਪਸ਼ਨ ਏ 6, ਆਪਸ਼ਨ ਬੀ 7, ਆਪਸ਼ਨ ਡੀ 10, ਆਪਸ਼ਨ ਆਪਸ਼ਨ ਡੀ ਹੈ ਜੀ 11। ਰਾਈਟ ਆਂਸਰ ਤੁਸੀਂ ਸਾਰੇ ਜਾਣਦੇ ਹੋ, ਮੈਂ ਹੁਣੀ ਦੱਸ ਕੇ ਹਟਿਆ ਜੀ ਕਿ ਆਪਣੇ ਜਿਹੜੇ ਰਾਈਟ ਟੂ ਪ੍ਰੋਪਰਟੀ ਹੈ, ਸੰਪत्ति ਦਾ ਅਧਿਕਾਰ ਹੈ ਜੀ, ਉਸ ਨੂੰ 1978 ਦੇ ਵਿੱਚ ਮੋਰਾਰਜੀ ਦੇਸਾਈ ਦੇ ਸਮੇਂ ਹੋਏ ਸੰਵਿਧਾਨਿਕ ਸੰਸ਼ੋਧਨ ਦੇ ਦੌਰਾਨ 44th ਅਮੈਂਡਮੈਂਟ ਸੀ ਇਹ, ਇਸ ਨੂੰ ਹਟਾ ਦਿੱਤਾ ਗਿਆ। ਇਸ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਕੇ 300 ਏ, ਆਰਟੀਕਲ ਨੰਬਰ 300 ਦੇ ਤਹਿਤ ਏ ਬਣਾ ਕੇ ਆਰਟੀਕਲ ਐਡ ਕੀਤਾ ਗਿਆ ਤੇ ਇਹ ਹੁਣ ਆਪਣਾ ਲੀਗਲ ਰਾਈਟ ਹੈ ਜੀ। ਕਿਹੜਾ ਰਾਈਟ ਹੈ ਜੀ? ਕਾਨੂੰਨੀ ਅਧਿਕਾਰ ਹੈ ਜੀ। ਹੁਣ ਆਪਣੇ ਜਿਹੜੇ ਮੌਲਿਕ ਅਧਿਕਾਰ ਹੈ ਉਹ 6 ਹੀ ਹੈ। ਕਲੀਅਰ? ਓਕੇ, ਨੈਕਸਟ ਕੁਐਸਚਨ ਹੈ ਜੀ। ਹਾਂ, BTT ਵਾਲਿਆਂ ਨੂੰ ਤਾਂ ਨੋਟ ਕਰਕੇ ਚੱਲੋ ਵੀ, ਮੈਂ ਮੰਨ ਕੇ ਚੱਲਦਾ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇਗਾ। ਛੂਆਛੂਤ ਦੇ ਖਾਤਮੇ ਦੇ ਲਈ, ਡਿਸਕ੍ਰਿਮੀਨੇਸ਼ਨ ਦੇ ਲਈ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੇ ਅਨੁਛੇਦ ਦੇ ਅਧੀਨ ਵਿਵਸਥਾ ਕੀਤੀ ਗਈ ਹੈ? ਇੱਕ ਕੁਐਸਚਨ ਮੈਂ ਦੱਸਣਾ ਚਾਹੂੰਗਾ, ਛੂਆਛੂਤ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਕੱਲ੍ਹ ਨਹੀਂ ਚੱਲਦੀ, ਤਾਂ ਮੈਂ ਬੜਾ ਚੈਲੰਜ ਲੈ ਕੇ ਕਹਿੰਦਾ ਕਿ ਅੱਜ ਵੀ ਛੂਆਛੂਤ ਸਾਨੂੰ ਦੇਖਣ ਨੂੰ ਮਿਲਦੀ ਹੈ। ਸ਼ਾਇਦ ਤੁਹਾਡੇ ਸ਼ਹਿਰਾਂ 'ਚ ਇਹ ਚੀਜ਼ ਨਹੀਂ ਹੋਣੀ, ਪਰ ਆ ਸਾਡੇ ਫਾਜ਼ਿਲਕਾ ਬੈਲਟ ਜਿਹੜੇ ਪਿੰਡ ਹੈਗੇ ਆ, ਇਹਨਾਂ 'ਚ ਤੁਸੀਂ ਇੱਕ ਵਾਰ ਆ ਕੇ ਦੇਖਣਾ, ਤੁਸੀਂ ਇਹ ਚੀਜ਼ ਰਿਅਲਾਈਜ਼ ਕਰੋਗੇ ਵੀ ਯੈਸ, ਅੱਜ ਵੀ ਉਹੀ ਦੌਰ ਪ੍ਰਾਚੀਨ ਸਮੇਂ ਵਾਲਾ ਚੱਲ ਰਿਹਾ ਹੈ ਤੇ ਲੋਕ ਹੈ ਜਿਹੜੀ ਛੂਆਛੂਤ ਨੂੰ ਫੇਸ ਕਰੀ ਜਾ ਰਹੇ ਹੈ। ਆਪਸ਼ਨ ਏ ਹੈ ਜੀ ਅਨੁਛੇਦ 14, ਆਪਸ਼ਨ ਬੀ ਹੈ ਜੀ 15, ਆਪਸ਼ਨ ਸੀ ਹੈ ਜੀ ਆਰਟੀਕਲ ਨੰਬਰ 16, ਆਪਸ਼ਨ ਡੀ ਹੈ ਜੀ ਆਰਟੀਕਲ ਨੰਬਰ 17। ਤਾਂ ਇਸ ਦਾ ਜੋ ਰਾਈਟ ਆਂਸਰ ਰਹਿਣ ਵਾਲਾ ਹੈ ਆਰਟੀਕਲ ਨੰਬਰ 17 ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦਾ ਹੈ। ਜੇਕਰ ਕਿਸੇ ਨਾਲ ਕੋਈ ਭੇਦਭਾਵ ਹੁੰਦਾ ਹੈ ਤਾਂ ਉਹ ਸਿੱਧਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕੜਾ ਸਕਦਾ ਹੈ, ਉਸ ਨੂੰ ਜਿਹੜਾ ਬਣਦਾ ਜਿਹੜਾ ਨਿਆਂ ਹੈ ਉਹ ਦਿੱਤਾ ਜਾਊਗਾ ਜੀ। ਹਾਂਜੀ, ਇਹਨਾਂ 'ਚੋਂ ਕਿਹੜਾ ਆਰਟੀਕਲ RTI ਰਾਈਟ ਟੂ ਇਨਫੋਰਮੇਸ਼ਨ ਅਤੇ ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਿਤ ਹੈ? ਆਪਸ਼ਨ ਏ ਹੈ ਜੀ ਆਰਟੀਕਲ ਨੰਬਰ 19, ਆਪਸ਼ਨ ਬੀ ਹੈ ਜੀ ਆਰਟੀਕਲ ਨੰਬਰ 20, ਆਪਸ਼ਨ ਸੀ ਹੈ ਜੀ ਆਰਟੀਕਲ ਨੰਬਰ 21,
ऑप्शन डी है जी आर्टिकल नंबर 22। राइट आंसर है जी इसका। उम्मीद करदा कि तुहाडे चों किसी नूं पता होएगा आर्टिकल नंबर 19। आर्टिकल 19 ਦੇ ਵਿੱਚ ए ਤੋਂ ਲੈ ਕੇ जी तक ਇਹਦੇ ਸਬ ਪਾਰਟਸ ਬਣੇ ਹੋਏ ਆ ਜੀ। ਵੈਸੇ ਵੀ ਤੁਹਾਨੂੰ ਪਤਾ ਹੀ ਹੈ ਜੀ ਆਰਟੀਕਲ ਨੰਬਰ 19 ਤੋਂ ਲੈ ਕੇ 22 ਤੱਕ ਇਹ ਜਿਹੜੇ ਆਪਣੇ ਰਾਈਟ ਟੂ ਫਰੀडम ਨਾਲ ਡੀਲ ਕਰਦੇ ਹੈ, ਸੁਤੰਤਰਤਾ ਦੇ ਅਧਿਕਾਰ ਨਾਲ ਡੀਲ ਕਰਦੇ ਹੈ। ਉਹਦੇ 'ਚ ਜਿਹੜਾ ਆਰਟੀਕਲ ਨੰਬਰ 19 ਦਾ ਏ ਪਾਰਟ ਹੈ ਨਾ ਜੀ, ਜਿਹੜਾ ਉਹਦੇ 'ਚ ਚਰਚਾ ਕੀਤੀ ਗਈ ਹੈ ਜੀ। ਕਾਹਦੀ ਚਰਚਾ ਕੀਤੀ ਗਈ ਹੈ? ਸਪੀਚ ਐਂਡ ਐਕਸਪ੍ਰੈਸ਼ਨ ਦੀ। ਤੁਸੀਂ ਬੋਲ ਸਕਦੇ ਹੋ, ਜੋ ਤੁਹਾਡੇ ਵਿਚਾਰ ਨੇ ਉਹਨਾਂ ਦਾ ਪ੍ਰਸਤੁਤੀਕਰਨ ਕਰ ਸਕਦੇ ਹੋ, ਪਰ ਉਹਨਾਂ ਦਾ ਕੋਈ ਬੁਨਿਆਦ ਹੋਣੀ ਚਾਹੀਦੀ ਹੈ। ਇਸੇ ਦੇ ਤਹਿਤ ਹੁੰਦਾ ਜੀ ਆਪਣਾ RTI ਰਾਈਟ ਟੂ ਇਨਫੋਰਮੇਸ਼ਨ। ਵੀ ਇਹਦੇ 'ਚ ਕਿਵੇਂ ਆ ਗਿਆ ਬਈ, ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈ, ਵੈਲਿਡ ਔਥੈਂਟਿਕ ਇਨਫੋਰਮੇਸ਼ਨ ਹੈ, ਤਾਂ ਹੀ ਤਾਂ ਤੁਸੀਂ ਬੋਲ ਸਕਦੇ ਹੋ ਨਾ। ਠੀਕ ਹੈ ਜੀ, ਰਾਈਟ ਟੂ ਇਨਫੋਰਮੇਸ਼ਨ ਉਹ ਸਪੀਚ ਐਂਡ ਐਕਸਪ੍ਰੈਸ਼ਨ 'ਚ ਆ ਜਾਏਗਾ। ਫਿਰ ਪ੍ਰੈਸ ਦੀ ਵੀ ਸੁਤੰਤਰਤਾ ਇਸੇ 'ਚ ਆ ਜਾਂਦੀ ਹੈ ਜੀ। ਹਾਂਜੀ, ਸੋ ਅਗਲਾ ਕੁਐਸਚਨ ਹੈ ਜੀ, ਕਾਰਖਾਨਿਆਂ ਅਤੇ ਮਿਲਾਂ ਵਿੱਚ ਜਿਹੜੇ ਖਾਨਾਂ ਵਿੱਚ ਕੋਈ ਵਿਅਕਤੀ ਨਿਯੁਕਤ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਸਦੀ ਘੱਟੋ ਘੱਟ ਉਮਰ ਹੈ ਜਿਹੜੀ। ਆਪਸ਼ਨ ਏ 12 ਸਾਲ ਨਾ ਹੋਵੇ, ਆਪਸ਼ਨ ਬੀ 14 ਸਾਲ ਨਾ ਹੋਵੇ, ਆਪਸ਼ਨ ਸੀ 18 ਸਾਲ ਨਾ ਹੋਵੇ, ਆਪਸ਼ਨ ਡੀ ਹੈ ਜੀ ਜਿਹੜੀ 20 ਸਾਲ ਨਾ ਹੋਵੇ। ਇਸ ਦਾ ਜੋ ਰਾਈਟ ਆਨਸਰ ਰਹਿਣ ਵਾਲਾ ਹੈ ਆਪਸ਼ਨ ਬੀ 14 ਸਾਲ ਨਾ ਹੋਵੇ। ਵੀ 14 ਸਾਲ ਤੱਕ ਕੋਈ ਵੀ ਬੱਚਾ ਕਾਰਖਾਨਿਆਂ ਵਿੱਚ ਕੰਮ ਨਹੀਂ ਕਰ ਸਕਦਾ। ਆਪਣਾ ਸੰਵਿਧਾਨ ਉਸ ਦਾ ਵਿਰੋਧ ਕਰਦਾ ਹੈ। ਆਰਟੀਕਲ ਨੰਬਰ 24 ਦੇ ਵਿੱਚ ਤੁਸੀਂ ਸਾਰੇ ਜਾਣਦੇ ਹੀ ਹੋ ਵੈਸੇ, ਆਰਟੀਕਲ ਨੰਬਰ 29 ਤੋਂ ਲੈ ਕੇ ਆਰਟੀਕਲ 23 ਤੋਂ ਲੈ ਕੇ 24 ਯਾਨੀ ਦੋ ਜਿਹੜੇ ਹੈ ਐਕਸਪਲੋਇਟੇਸ਼ਨ ਦਾ ਵਿਰੋਧ ਕਰਦੇ ਹੈ, ਸ਼ੋਸ਼ਣ ਦਾ ਵਿਰੋਧ ਕਰਦੇ ਹੈ। ਤਾਂ ਜਿਹੜਾ 24 ਹੈ ਉਹ ਬੱਚਿਆਂ ਦੇ ਖਿਲਾਫ ਹੈ, ਜਿਹੜਾ ਬੱਚਿਆਂ ਦੇ ਸ਼ੋਸ਼ਣ ਦੇ ਖਿਲਾਫ ਹੈ, ਉਹਨਾਂ ਦਾ ਜਿਹੜਾ ਐਕਸਪਲੋਇਟੇਸ਼ਨ ਹੁੰਦਾ, ਉਹਨਾਂ ਦਾ ਜਿਹੜਾ ਸ਼ੋਸ਼ਣ ਹੁੰਦਾ, ਉਸ ਦੇ ਖਿਲਾਫ ਹੈ ਜੀ ਇਹ। ਆਰਟੀਕਲ ਨੰਬਰ 7 ਹੈ ਜੀ, ਕੁਐਸਚਨ ਨੰਬਰ 7 ਹੈ ਜੀ, ਇਹਨਾਂ ਵਿੱਚੋਂ ਕਿਹੜਾ ਅਨੁਛੇਦ RTE ਰਾਈਟ ਟੂ ਇਨਫੋਰਮੇਸ਼ਨ ਨਾਲ ਸੰਬੰਧਿਤ ਹੈ? ਆਪਸ਼ਨ ਏ ਹੈ ਜੀ ਆਰਟੀਕਲ ਨੰਬਰ 19, ਆਪਸ਼ਨ ਬੀ ਆਰਟੀਕਲ ਨੰਬਰ 20, ਆਪਸ਼ਨ ਸੀ ਆਰਟੀਕਲ ਨੰਬਰ 21A, ਆਪਸ਼ਨ ਡੀ ਹੈ ਜੀ ਆਰਟੀਕਲ ਨੰਬਰ 21। ਇਸ ਦਾ ਜੋ ਸਹੀ ਆਨਸਰ ਰਹਿਣ ਵਾਲਾ ਹੈ ਆਪਸ਼ਨ ਸੀ ਆਰਟੀਕਲ ਨੰਬਰ 21A। ਮੈਂ ਦੱਸਣਾ ਚਾਹੂੰਗਾ ਜੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਈ ਸੀ, ਸੰਵਿਧਾਨਿਕ ਸੰਸ਼ੋਧਨ ਹੋਇਆ ਸੀਗਾ ਜੀ। ਇਹ ਕਦੋਂ ਹੋਇਆ ਸੀ ਜੀ? 2002 ਦੇ ਵਿੱਚ। ਇਹਦੇ ਤਹਿਤ 86th ਅਮੈਂਡਮੈਂਟ ਸੀ ਇਹ। ਇਹਦੇ ਤਹਿਤ ਰਾਈਟ ਟੂ ਐਜੂਕੇਸ਼ਨ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਨੂੰ ਲਾਗੂ ਕੀਤਾ ਗਿਆ ਸੀ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ ਤੁਸੀਂ ਪੜ੍ਹਿਆ ਹੀ ਹੋਣਾ ਜੀ, ਉਸੇ ਦੀ ਚਰਚਾ ਕਰ ਰਿਹਾ ਮੈਂ। ਤੇ 1 ਅਪ੍ਰੈਲ 2010 ਨੂੰ ਇਸ ਨੂੰ ਲਾਗੂ ਕੀਤਾ ਗਿਆ ਸੀਗਾ ਜੀ। ਨੈਕਸਟ ਕੁਐਸਚਨ ਹੈ ਜੀ, ਇਹਨਾਂ ਵਿੱਚੋਂ ਕਿਹੜਾ ਅਨੁਛੇਦ ਕਿਸੇ ਵੀ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਲਈ ਇੱਕ ਤੋਂ ਜ਼ਿਆਦਾ ਵਾਰ ਜਿਹੜੀ ਸਜ਼ਾ ਦਾ ਪ੍ਰਾਵਧਾਨ ਕਰਦਾ ਹੈ? ਵੀ ਹਾਂ, ਇੱਕ ਤੋਂ ਜ਼ਿਆਦਾ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਆਰਟੀਕਲ ਨੰਬਰ 19, ਆਰਟੀਕਲ ਨੰਬਰ 20, ਆਰਟੀਕਲ ਨੰਬਰ 21A, ਆਰਟੀਕਲ ਨੰਬਰ 21। ਤਾਂ ਇਸ ਦਾ ਜੋ ਰਾਈਟ ਆਨਸਰ ਰਹਿਣ ਵਾਲਾ ਹੈ ਜੀ ਆਰਟੀਕਲ ਨੰਬਰ 20। ਇਹਦੇ ਤਹਿਤ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਹਦਾ ਜਿਹੜਾ ਮੌਲਿਕ ਅਧਿਕਾਰ ਹੈ ਕਿ ਇੱਕ ਅਪਰਾਧ ਦੇ ਲਈ ਉਹਨੇ ਇੱਕ ਵਾਰ ਕੋਈ ਕ੍ਰਾਈਮ ਕਰਤਾ, ਉਹਦੇ ਲਈ ਉਸਨੂੰ ਵਾਰ-ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਦੂਜੀ ਵਾਰ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਨੈਕਸਟ ਕੁਐਸਚਨ ਹੈ ਜੀ, ਸੰਵਿਧਾਨ ਦੇ ਕਿਸ ਅਨੁਛੇਦ ਦੁਆਰਾ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਜਿਹੜਾ ਧਾਰਮਿਕ ਸੁਤੰਤਰਤਾ ਦਾ ਅੰਗ ਮੰਨਿਆ ਗਿਆ ਹੈ? ਆਰਟੀਕਲ ਨੰਬਰ 25, ਆਰਟੀਕਲ ਨੰਬਰ 26, ਆਰਟੀਕਲ ਨੰਬਰ 27, ਆਰਟੀਕਲ ਨੰਬਰ 28। ਤਾਂ ਇਸ ਦਾ ਜੋ ਰਾਈਟ ਆਨਸਰ ਰਹਿਣ ਵਾਲਾ ਹੈ ਜੀ ਆਰਟੀਕਲ ਨੰਬਰ 25। ਇਸ ਦੇ ਤਹਿਤ ਸਿੱਖ ਕਮਿਊਨਿਟੀ ਨੂੰ ਇਹ ਪ੍ਰਾਵਧਾਨ ਕੀਤਾ ਗਿਆ ਕਿ ਉਹ ਧਾਰਮਿਕ ਸੁਤੰਤਰਤਾ ਦੇ ਤਹਿਤ ਕਿਰਪਾਨ ਧਾਰਨ ਕਰ ਸਕਦੇ ਹੈ।
ਵੈਸੇ ਵੀ ਤੁਹਾਨੂੰ ਪਤਾ ਹੀ ਹੋਣਾ ਜੀ, ਪੰਜ ਕੱਕੇ ਹੁੰਦੇ ਆ ਜੀ, ਜਿਹਨੂੰ ਪੰਜ ਕਕਾਰ ਕਹਿ ਦਿੰਦੇ ਆ ਜੀ। ਇਹ ਸਿੱਖ ਕਮਿਊਨਿਟੀ ਦੇ ਜਿਹੜੇ 11 ਰੂਲਸ ਹੁੰਦੇ ਆ ਉਹਦਾ ਇੱਕ ਹਿੱਸਾ ਹੈ। ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਨੂੰ। ਐਂਡ ਉਸ ਤੋਂ ਇਲਾਵਾ ਲਾਸਟ ਕੁਐਸਚਨ ਹੈ ਜੀ, ਹੇਠ ਲਿਖੇ ਮੌਲਿਕ ਅਧਿਕਾਰਾਂ ਵਿੱਚੋਂ ਕਿਸ ਨੂੰ ਡਾਕਟਰ BR ਅੰਬੇਦਕਰ ਜੀ ਨੇ ਸੰਵਿਧਾਨ ਦਾ ਦਿਲ ਅਤੇ ਆਤਮਾ ਦਾ ਨਾਮ ਦਿੱਤਾ ਹੈ ਜੀ? ਤਾਂ ਉਹ ਹੈ ਜੀ ਆਪਸ਼ਨ A ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਆਪਸ਼ਨ B ਸੰਪत्ति ਦਾ ਅਧਿਕਾਰ, ਆਪਸ਼ਨ C ਸਿੱਖਿਆ ਦਾ ਅਧਿਕਾਰ, ਆਪਸ਼ਨ D ਹੈ ਜੀ ਜਿਹੜਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਸ ਦਾ ਜੋ ਰਾਈਟ ਆਨਸਰ ਰਹਿਣ ਵਾਲਾ ਹੈ ਜੀ ਆਪਸ਼ਨ D ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਡਾਕਟਰ BR ਅੰਬੇਦਕਰ ਜੀ ਨੇ ਇਸ ਨੂੰ ਸੰਵਿਧਾਨ ਦਾ ਦਿਲ ਅਤੇ ਆਤਮਾ ਦਾ ਨਾਮ ਦਿੱਤਾ ਹੈ, ਹਾਰਟ ਐਂਡ ਸੋਲ ਆਫ ਦੀ ਕੌਨਸਟੀਟਿਊਸ਼ਨ ਦਾ ਨਾਮ ਦਿੱਤਾ ਹੈ ਜੀ। ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਫੰਡਾਮੈਂਟਲ ਰਾਈਟਸ 'ਤੇ। ਉਮੀਦ ਕਰਦਾ ਕਿ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਪ੍ਰਸ਼ਨ ETT ਦੇ ਸੈਕਿੰਡ ਪੇਪਰ 'ਚ ਤਾਂ ਦੇਖਣ ਨੂੰ ਨਹੀਂ ਮਿਲੇਗਾ। ਹੋਰ ਵੀ ਕੋਈ ਛੋਟੇ ਮੋਟੇ ਐਗਜ਼ਾਮ ਹੋਣ ਉਹਦੇ ਲਈ ਵੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੈ ਤੁਹਾਡੇ ਲਈ। ਅੰਤ 'ਚ ਫਿਰ ਕਹੂੰਗਾ, ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਨਾ, ਫਰੈਂਡਸ ਨਾਲ ਸ਼ੇਅਰ ਕਰਨਾ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਟੂ ਆਲ ਆਫ ਯੂ।